ਜੂਨ 1984 ਸਰਦਾਰ ਗੁਰਚਰਨ ਸਿੰਘ ਟੌਹੜਾ ਦੀ ਜ਼ਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੌਹੜਾ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੌਰਾਨ ਕੰਪਲੈਕਸ ਵਿੱਚ ਸਨ। ਫੌਜ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਉਹਨਾਂ ਨੂੰ ਲਗਭਗ 1700 ਸਿੰਘਾਂ ਸਮੇਤ ਕੈਪਚਰ ਕਰਕੇ ਗ੍ਰਿਫਤਾਰ ਕਰ ਲਿਆ ਸੀ। ਉਹਨਾਂ ਦੇ ਕਈ ਵਿਰੋਧੀ ਉਹਨਾਂ ਵਿਰੁੱਧ ਪ੍ਰਾਪੇਗੰਡਾ ਕਰ ਰਹੇ ਹਨ ਕਿ ਉਹ ਫੌਜੀ ਕਾਰਵਾਈ ਲਈ ਜ਼ਿੰਮੇਵਾਰ ਹਨ। ਉਹਨਾਂ ਅਤੇ ਸੰਤ ਹਰਚੰਦ ਸਿੰਘ ਜੀ ਵਿਰੁੱਧ ਇਹ ਵੀ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਬਾਹਾਂ ਖੜੀਆਂ ਕਰਕੇ ਫੌਜ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਇਹ ਗੱਲ ਵਰਣਨਯੋਗ ਹੈ ਕਿ ਕਈ ਹੋਰ ਲੀਡਰਾਂ ਸਮੇਤ ਉਹ ਸੰਵਿਧਾਨ ਦੀ ਧਾਰਾ 25 ਪਾੜ ਕੇ 27 ਫਰਵਰੀ 1984 ਨੂੰ ਜੇਲ੍ਹ ਗਏ ਸਨ ਅਤੇ 13 ਮਈ ਤੱਕ ਸਰਦਾਰ ਰਣਧੀਰ ਸਿੰਘ ਚੀਮਾ, ਸਰਦਾਰ ਸੁਰਜੀਤ ਸਿੰਘ ਬਰਨਾਲਾ ਅਤੇ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਸਮੇਤ ਚੰਡੀਗੜ੍ਹ ਜੇਲ੍ਹ ਵਿੱਚ ਰਹੇ ਸਨ। ਉਹਨਾਂ ਦੀ ਰਿਹਾਈ ਪਿੱਛੋਂ ਆਨੰਦਪੁਰ ਸਾਹਿਬ ਵਿਖੇ ਮੈਂ ਉਹਨਾਂ ਨਾਲ ਲਗਭਗ ਪੌਣੇ 2 ਘੰਟੇ ਇੰਟਰਵਿਊ ਕੀਤੀ ਸੀ, ਜੋ ਇਸ ਤਰ੍ਹਾਂ ਹੈ। ਸਵਾਲ: ਸਰਦਾਰ ਰਣਧੀਰ ਸਿੰਘ ਚੀਮਾ ਸਮੇਤ ਤੁਹਾਡੇ ਕਈ ਰਾਜਸੀ ਵਿਰੋਧੀ ਵਾਰ-ਵਾਰ ਇਹ ਇਲਜ਼ਾਮ ਲਗਾ ਰਹੇ ਹਨ ਕਿ ਤੁਸੀਂ ਸਰਕਾਰ ਨਾਲ ਗੁਪਤ ਮੀਟਿੰਗਾਂ ਕੀਤੀਆਂ ਹਨ ਅਤੇ ਕਾਂਗਰਸ ਨਾਲ ਕੋਲੀਸ਼ਨ ਬਣਾ ਕੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ। ਕਿਹਾ ਜਾਂਦਾ ਹੈ ਕਿ ਤੁਸੀਂ ਸਰਕਾਰ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਜੋ ਸਮਝੌਤਾ ਤੁਸੀਂ ਕਰੋਗੇ ਉਸ ਦੀ ਪ੍ਰਵਾਨਗੀ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਲੈ ਸਕੋਗੇ, ਪਰ ਜਦੋਂ ਦੋਨਾਂ ਸੰਤਾਂ ਨੇ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ, ਤੁਸੀਂ ਪੰਜਾਬ ਦੇ ਗਵਰਨਰ ਸ੍ਰੀ ਬੀ.ਡੀ. ਪਾਂਡੇ ਪਾਸ ਆਪਣੀ ਅਸਮਰੱਥਾ ਪ੍ਰਗਟ ਕੀਤੀ ਅਤੇ ਫੌਜੀ ਕਾਰਵਾਈ ਕਰਨ ਲਈ ਕਿਹਾ। ਅਸਲੀਅਤ ਕੀ ਹੈ? ਇਹ ਇਲਜ਼ਾਮ ਇਤਨਾ ਹੀ ਗਲਤ ਹੈ ਜਿਵੇਂ ਕੋਈ ਸੂਰਜ ਚੜ੍ਹਨ ਤੇ ਵੀ ਦਿਨ ਵੇਲੇ ਕਹੇ ਹਾਲੇ ਸੂਰਜ ਨਹੀਂ ਚੜ੍ਹਿਆ। ਜੋ ਸੀਕਰਟ ਮੀਟਿੰਗਾਂ ਹੋਈਆਂ ਉਹ ਲਗਭਗ ਸਾਰੀਆਂ ਹੀ ਸਾਡੀ ਜੇਲ੍ਹ 27 ਫਰਵਰੀ ਤੋਂ 22 ਮਈ ਤੱਕ ਦੌਰਾਨ ਹੋਈਆਂ। ਇਹਨਾਂ ਸਭਨਾਂ ਵਿੱਚ ਸਰਦਾਰ ਰਣਧੀਰ ਸਿੰਘ ਚੀਮਾ ਖੁਦ ਵੀ ਸ਼ਾਮਲ ਸਨ। ਆਖਰੀ ਗੁਪਤ ਮੀਟਿੰਗ 26 ਮਈ ਨੂੰ ਹੋਈ, ਵਿੱਚ ਮੈਥੋਂ ਬਿਨਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਵੀ ਸ਼ਾਮਲ ਸਨ। ਸਰਕਾਰ ਵੱਲੋਂ ਮੰਤਰੀ ਸ੍ਰੀ ਪ੍ਰਣਬ ਮੁਖਰਜੀ, ਸ੍ਰੀ ਪੀ.ਵੀ. ਨਰਸਿਮਹਾ ਰਾਓ ਅਤੇ ਸ੍ਰੀ ਸ਼ਿਵ ਸ਼ੰਕਰ ਸ਼ਾਮਲ ਹੋਏ। ਕੋਈ ਅਫਸਰ ਨਹੀਂ ਸੀ। ਇਸ ਮੀਟਿੰਗ ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਫੌਜ ਭੇਜਣ ਬਾਰੇ ਕੋਈ ਵੀ ਗੱਲ ਨਹੀਂ ਵਿਚਾਰੀ ਗਈ। ਅਸੀਂ ਕੇਵਲ ਉਹ ਗੱਲਾਂ ਦੁਹਰਾਈਆਂ ਜੋ ਪਹਿਲਾਂ ਮੀਟਿੰਗ ਵਿੱਚ ਕੀਤੀਆਂ ਸਨ। ਸਵਾਲ: ਇਹ ਮੀਟਿੰਗ ਚੰਡੀਗੜ੍ਹ ਹੋਈ ਜਾਂ ਦਿੱਲੀ? ਇਹ ਅਤੇ ਇਸ ਤੋਂ ਪਹਿਲੀਆਂ ਸਾਰੀਆਂ ਮੀਟਿੰਗਾਂ ਦਿੱਲੀ ਵਿਖੇ ਹੀ ਹੋਈਆਂ। ਸਵਾਲ: ਇਹਨਾਂ ਮੀਟਿੰਗਾਂ ਵਿੱਚ ਕੀ ਵਿਚਾਰ ਵਟਾਂਦਰਾ ਹੁੰਦਾ ਰਿਹਾ? ਅਸੀਂ ਆਪਣੀਆਂ ਮੰਗਾਂ ਦੇ ਪ੍ਰਵਾਨ ਕਰਨ ਬਾਰੇ ਜ਼ੋਰ ਦਿੰਦੇ ਰਹੇ। ਪਹਿਲਾਂ ਵਾਂਗ ਹੀ ਇਸ ਮੀਟਿੰਗ ਵਿੱਚ ਵੀ ਅਸੀਂ ਮੰਗ ਕੀਤੀ ਸੀ ਕਿ ਸਰਕਾਰ ਨੋਟੀਫਿਕੇਸ਼ਨ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਸਰਕਾਰੀਆ ਕਮਿਸ਼ਨ ਨੂੰ ਸੌਂਪੇ। ਦਰਿਆਵਾਂ ਦੇ ਪਾਣੀ ਦੇ ਝਗੜੇ ਦੇ ਫੈਸਲੇ ਲਈ ਸੁਪਰੀਮ ਕੋਰਟ ਪਾਸ ਦੇਵੇ। ਚੰਡੀਗੜ੍ਹ ਨੂੰ ਫਾਜ਼ਿਲਕਾ ਅਬੋਹਰ ਨਾਲੋਂ ਡੀ-ਲਿੰਕ ਕਰਕੇ ਫੌਰਨ ਪੰਜਾਬ ਨੂੰ ਤਬਦੀਲ ਕਰੇ। ਪੰਜਾਬੀ ਭਾਸ਼ਾਈ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਲਈ ਭਾਸ਼ਾਈ ਮਾਹਰਾਂ ਦਾ ਇੱਕ ਲੈਂਗੁਇਸਟਿਕ ਕਮਿਸ਼ਨ ਬਣਾਇਆ ਜਾਏ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਪਾਬੰਦੀ ਚੁੱਕੀ ਜਾਏ। ਸਾਰੇ ਸਿੰਘਾਂ ਜਿਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਹੈ ਰਿਹਾ ਕੀਤਾ ਜਾਏ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਏ। ਸਵਾਲ: ਕੀ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਬਾਰੇ ਗੱਲ ਨਹੀਂ ਹੋਈ? ਇਹ ਮੰਗ ਸਰਕਾਰ ਪਹਿਲਾਂ ਹੀ ਮੰਨ ਚੁੱਕੀ ਸੀ। ਸਵਾਲ: ਆਖਰੀ ਮੀਟਿੰਗ ਵਿੱਚ ਸਰਕਾਰ ਦਾ ਕੀ ਸਟੈਂਡ ਸੀ? ਇਸ ਮੀਟਿੰਗ ਦਾ ਪਹਿਲਾ ਦੌਰ ਦੁਪਹਿਰ ਤੋਂ ਪਹਿਲਾਂ ਸ਼ੁਰੂ ਹੋਇਆ ਸੀ, ਜੋ ਲਗਭਗ 1 ਵਜੇ ਤੱਕ ਚੱਲਦਾ ਰਿਹਾ ਸੀ। ਇਹ ਤਿੰਨੋਂ ਵਜ਼ੀਰ ਬਾਅਦ ਦੁਪਹਿਰ ਪ੍ਰਧਾਨ ਮੰਤਰੀ ਨੂੰ ਮਿਲ ਕੇ 3:30 ਵਜੇ ਦੇ ਕਰੀਬ ਆਏ ਅਤੇ ਉਹਨਾਂ ਕਿਹਾ, ਵੈਰੀ ਸੌਰੀ, ਜਿਵੇਂ ਤੁਸੀਂ ਕਹਿ ਰਹੇ ਹੋ ਇਉਂ ਬੜਾ ਮੁਸ਼ਕਲ ਹੈ, ਪ੍ਰਧਾਨ ਮੰਤਰੀ ਨਹੀਂ ਮੰਨ ਰਹੇ। ਅਸੀਂ ਕਿਹਾ, ਇਸ ਤੋਂ ਬਿਨਾਂ ਸਾਨੂੰ ਵੀ ਬੜੀ ਮੁਸ਼ਕਲ ਹੈ। ਕਿਸੇ ਵੀ ਸੀਕਰਟ ਮੀਟਿੰਗ ਸਮੇਂ ਮੈਂ
ਜਾਂ ਕਿਸੇ ਹੋਰ ਅਕਾਲੀ ਲੀਡਰ ਨੇ ਸਰਕਾਰ ਨੂੰ ਕੋਈ ਬੇਨਤੀ ਨਹੀਂ ਕੀਤੀ। ਉਸ ਸਰਕਾਰ ਨੂੰ ਸਾਡਾ ਕੀ ਲਿਹਾਜ਼ ਹੋ ਸਕਦਾ ਹੈ ਜੋ ਸਰਕਾਰ ਹਰ ਸਮੇਂ ਅਕਾਲੀ ਦਲ ਨੂੰ ਡਾਊਨ ਕਰਨ ਦਾ ਯਤਨ ਕਰ ਰਹੀ ਹੈ। ਮੈਂ ਜਦੋਂ ਜੇਲ੍ਹ ਵਿੱਚ ਸਾਂ, ਸਰਕਾਰ ਨੇ ਮੈਨੂੰ ਹਰਾਉਣ ਲਈ ਮੁਹਿੰਮ ਚਲਾਈ। ਮੇਰੇ ਤੇ ਫੌਜੀ ਕਾਰਵਾਈ ਲਈ ਜ਼ਿੰਮੇਵਾਰੀ ਦੇ ਦੋਸ਼ ਲਗਾਏ ਜਾ ਰਹੇ ਹਨ। ਇਹ ਪਾਗਲਾਂ ਦੀ ਦੁਨੀਆ ਦੀ ਗੱਲ ਹੈ। ਜੇਕਰ ਮੈਂ ਕੋਈ ਅਜਿਹੀ ਲਿਖਤੀ ਜਾਂ ਜ਼ਬਾਨੀ ਗੱਲ ਕੀਤੀ ਹੁੰਦੀ ਤਾਂ ਸਰਕਾਰ ਨੇ ਇਸ ਨੂੰ ਆਪਣੇ ਵਾਈਟ ਪੇਪਰ ਵਿੱਚ ਅਵੱਛ ਛਾਪਣਾ ਸੀ। ਇਹ ਦੋਸ਼ ਕਿਸੇ ਬਿਮਾਰ ਦਿਮਾਗ ਦੀ ਉਪਜ ਹਨ। ਸਵਾਲ: ਕੀ ਇਸ ਮੀਟਿੰਗ ਬਾਰੇ ਆਪ ਜੀ ਨੇ ਸੰਤਾਂ ਨੂੰ ਰਿਪੋਰਟ ਦਿੱਤੀ? ਹਾਂ, ਮੈਂ 28 ਮਈ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨੂੰ ਸਾਰੀ ਰਿਪੋਰਟ ਦਿੱਤੀ ਤੇ ਮੈਂ ਭਿੰਡਰਾਂ ਵਾਲਿਆਂ ਨੂੰ ਵੀ ਮਿਲਿਆ ਤੇ ਸਾਰੀ ਗੱਲ ਦੱਸੀ। ਉਹਨਾਂ ਦੇ 2 ਸਨਈਆਂ ਦੇ ਰੋਪੜ ਜ਼ਿਲ੍ਹੇ ਵਿੱਚ ਕੇਸ ਸਨ, ਇਸ ਲਈ ਉਹਨਾਂ ਨੇ ਮੈਨੂੰ ਇੱਧਰ ਭੇਜਿਆ। ਮੈਂ 29 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਆ ਗਿਆ ਅਤੇ ਇੱਥੇ ਆਉਂਦਾ ਹੀ ਬਿਮਾਰ ਹੋ ਗਿਆ। 31 ਮਈ ਤੱਕ ਬੁਖਾਰ ਰਿਹਾ। ਡਾਕਟਰ ਇੱਥੇ ਮੈਨੂੰ ਅਟੈਂਡ ਕਰਦੇ ਰਹੇ। ਸ੍ਰੀ ਦਰਬਾਰ ਸਾਹਿਬ ਉੱਤੇ CRP ਅਤੇ BSF ਵੱਲੋਂ 1 ਜੂਨ ਨੂੰ ਫਾਇਰਿੰਗ ਸੁਣ ਕੇ ਮੈਂ 2 ਜੂਨ ਨੂੰ ਅੰਮ੍ਰਿਤਸਰ ਗਿਆ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਮੈਨੂੰ ਦੱਸਿਆ ਕਿ CRP ਨੇ ਬਿਨਾਂ ਕਿਸੇ ਭੜਕਾਹਟ ਗੋਲੀ ਚਲਾਈ ਹੈ। ਭਿੰਡਰਾਂ ਵਾਲਿਆਂ ਨੇ ਵੀ ਇਹੋ ਕਿਹਾ। ਦਰਅਸਲ ਇਹ ਇੱਕ ਰਿਹਰਸਲ ਸੀ। ਫੌਜ ਸਪੁਰਦ ਕਰਨ ਲਈ ਗੋਲੀ ਚਲਾਈ ਗਈ ਸੀ। ਮੇਰੇ ਪਾਸ ਇਤਲਾਹ ਹੈ ਕਿ ਸਬੰਧਤ ਫੌਜੀ ਮਾਹਿਰਾਂ ਦੀ ਨਿਗਰਾਨੀ ਹੇਠ ਗੋਲੀ ਚਲਾਈ ਗਈ ਸੀ ਤਾਂ ਜੋ ਪਤਾ ਲੱਗੇ ਕਿ ਕੰਪਲੈਕਸ ਦੇ ਅੰਦਰੋਂ ਕਿਸ ਥਾਂ ਤੋਂ ਗੋਲੀ ਆ ਰਹੀ ਹੈ ਅਤੇ ਕਿਸ ਤਰ੍ਹਾਂ ਦੇ ਹਥਿਆਰ ਹਨ। ਅੰਦਰੋਂ ਜੋ ਜਵਾਬ ਦਿੱਤਾ ਉਹ ਲਾਇਸੈਂਸ ਸ਼ੁਦਾ ਹਥਿਆਰਾਂ ਨਾਲ ਦਿੱਤਾ। MMG ਨਹੀਂ ਚਲਾਈ, ਜੇ ਹੁੰਦੀ ਤਾਂ ਜ਼ਰੂਰ ਚਲਾਉਂਦੇ। ਸਵਾਲ: ਕੀ ਤੁਹਾਨੂੰ ਕਦੀ ਸ਼ੱਕ ਪਿਆ ਸੀ ਕਿ ਫੌਜ ਹਮਲਾ ਕਰ ਸਕਦੀ ਹੈ? ਮੈਂ ਕਦੀ ਨਹੀਂ ਸੋਚਿਆ ਸੀ ਕਿ ਫੌਜ ਆ ਸਕਦੀ ਹੈ। ਹਾਂ, CRP ਤੋਂ ਖਤਰਾ ਸੀ। ਉਹ ਵੀ ਇਹ ਕਿ ਕੰਪਲੈਕਸ ਨੂੰ ਘੇਰਾ ਪਾਉਣਗੇ, ਰਾਹ ਰੋਕਣਗੇ, ਸਪਲਾਈ ਕੱਟਣਗੇ, ਪਰ ਇਹ ਖਿਆਲ ਨਹੀਂ ਸੀ ਕਿ ਹਮਲਾ ਹੋਏਗਾ। ਸਵਾਲ: ਕੀ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਇਸ ਬਾਰੇ ਪਤਾ ਸੀ? ਮੈਂ ਉਹਨਾਂ ਨੂੰ 2 ਜੂਨ ਰਾਤ ਨੂੰ 11 ਵਜੇ ਦੇ ਕਰੀਬ ਮਿਲਿਆ ਸੀ। ਉਹਨਾਂ ਨੂੰ ਵੀ ਕੋਈ ਪਤਾ ਨਹੀਂ ਸੀ। ਮੇਰੇ ਨਾਲ ਉਹਨਾਂ ਇਸ ਬਾਰੇ ਕੋਈ ਗੱਲ ਪ੍ਰਗਟ ਨਹੀਂ ਕੀਤੀ। 3 ਜੂਨ ਨੂੰ ਸ਼ਾਮੀ 5 ਵਜੇ ਸਰਦਾਰ ਪ੍ਰੇਮ ਸਿੰਘ ਲਾਲਪੁਰਾ ਉਹਨਾਂ ਨੂੰ ਮਿਲ ਕੇ ਆਏ ਸਨ। ਉਹਨਾਂ ਨਾਲ ਵੀ ਕੋਈ ਅਜਿਹੀ ਗੱਲ ਨਹੀਂ ਕੀਤੀ। ਸਵਾਲ: 1 ਜੂਨ ਨੂੰ ਵੀ ਸ੍ਰੀ ਦਰਬਾਰ ਸਾਹਿਬ ਤੇ 7 ਘੰਟੇ ਅੰਧਾਧੁੰਦ ਗੋਲੀ ਚਲਾਈ ਗਈ ਸੀ। ਕੀ ਇਸ ਤੇ ਵਿਚਾਰ ਕਰਨ ਲਈ ਅਕਾਲੀ ਦਲ ਨੇ ਕੋਈ ਮੀਟਿੰਗ ਬੁਲਾਈ ਸੀ? ਸੰਤ ਹਰਚੰਦ ਸਿੰਘ ਲੌਂਗੋਵਾਲ ਨੇ 2 ਜੂਨ ਸ਼ਾਮ ਨੂੰ ਹਾਈ ਕਮਾਂਡ ਦੀ ਮੀਟਿੰਗ ਬੁਲਾਈ ਸੀ, ਪਰ ਮੈਥੋਂ ਬਿਨਾਂ ਕੋਈ ਨਹੀਂ ਪਹੁੰਚ ਸਕਿਆ ਸੀ। ਸ਼ਾਇਦ ਕਰਫਿਊ ਕਾਰਨ। ਉਹਨਾਂ ਫਿਰ ਇਹ ਮੀਟਿੰਗ 4 ਜੂਨ ਨੂੰ ਸਵੇਰੇ ਬੁਲਾਈ ਸੀ। ਲਾਲਪੁਰਾ ਸਾਹਿਬ 3 ਜੂਨ ਨੂੰ ਅੰਮ੍ਰਿਤਸਰ ਤੋਂ ਤਰਨਤਾਰਨ ਚਲੇ ਗਏ ਸਨ। ਕਹਿੰਦੇ ਸਵੇਰੇ ਆ ਜਾਵਾਂਗਾ, ਪਰ ਅਗਲੀ ਸਵੇਰ ਫੌਜ ਨੇ ਅਚਾਨਕ ਹਮਲਾ ਕਰ ਦਿੱਤਾ। ਸਵਾਲ: ਕੰਪਲੈਕਸ ਨੂੰ ਫੌਜ ਵੱਲੋਂ ਘੇਰਾ ਪਾਉਣ ਪਿੱਛੋਂ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਕੋਈ ਗੱਲਬਾਤ ਹੋਈ? ਨਹੀਂ। 4 ਜੂਨ ਨੂੰ ਤੜਕੇ 1:30 ਵਜੇ ਦੇ ਕਰੀਬ ਮੇਰੀ ਅੱਖ ਖੁੱਲ ਗਈ। ਮੈਂ ਸ੍ਰੀ ਦਰਬਾਰ ਸਾਹਿਬ ਜਾ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਆਪਣੇ ਕਮਰੇ ਵਿੱਚ ਵਾਪਸ ਆ ਕੇ ਪਾਠ ਕਰਕੇ ਲਗਭਗ 3 ਵਜੇ ਮੈਂ ਫਿਰ ਸੌਂ ਗਿਆ। ਸਵੇਰੇ 4:30 ਵਜੇ ਦੇ ਕਰੀਬ ਬੜੀ ਜ਼ੋਰਦਾਰ ਫਾਇਰਿੰਗ ਹੋਈ, ਜਿਸ ਨਾਲ ਮੇਰੀ ਅੱਖ ਖੁੱਲੀ। ਇਹ ਫਾਇਰਿੰਗ ਭਾਰਤ ਪਾਕਿਸਤਾਨ ਜੰਗ ਨਾਲੋਂ ਵੀ ਜ਼ੋਰਦਾਰ ਸੀ। 1965 ਦੀ ਜੰਗ ਸਮੇਂ ਮੈਂ ਇੱਥੇ ਸੀ। ਅਸੀਂ ਬਾਰਡਰ ਨੇੜੇ ਚਲੇ ਗਏ ਸੀ ਤੇ ਫਾਇਰਿੰਗ ਵੇਖੀ ਸੀ, ਪਰ ਇਹ ਫਾਇਰਿੰਗ ਇਤਨੀ ਜ਼ੋਰਦਾਰ ਸੀ ਕਿ ਕੋਈ ਚੱਲ ਫਿਰ ਨਹੀਂ ਸਕਦਾ ਸੀ। ਸਾਰੇ ਕੰਪਲੈਕਸ ਵਿੱਚ ਜਿੱਥੇ ਵੀ ਕੋਈ ਸੀ ਉੱਥੇ ਦਾ ਉੱਥੇ ਹੀ ਰਹਿ ਗਿਆ। ਸਵਾਲ: ਕੀ ਫੌਜ ਨੇ ਪਹਿਲਾਂ ਲਾਊਡ ਸਪੀਕਰ ਤੇ ਕੋਈ ਵਾਰਨਿੰਗ ਦਿੱਤੀ ਜਾਂ ਬਾਹਰ ਆਉਣ ਲਈ ਕਿਹਾ ਸੀ? ਮੈਂ ਕੁਝ ਨਹੀਂ ਸੁਣਿਆ, ਕਿਸੇ ਹੋਰ ਨੇ ਵੀ ਨਹੀਂ ਸੁਣਿਆ। ਉਸ ਵੇਲੇ ਕਾਫੀ ਹਨੇਰਾ ਹੁੰਦਾ ਹੈ, ਲਾਊਡ ਸਪੀਕਰ ਸਾਫ਼ ਸੁਣਾਈ ਦੇ ਸਕਦਾ ਸੀ। ਸਵਾਲ: ਹਮਲੇ ਪਿੱਛੋਂ ਤੁਸੀਂ ਹਰਚੰਦ ਸਿੰਘ ਲੌਂਗੋਵਾਲ ਜੀ ਨੂੰ ਮਿਲੇ ਹੋਵੋਗੇ? ਮੈਂ ਉਹਨਾਂ ਪਾਸ ਗਿਆ। ਸਮੁੰਦਰੀ ਹਾਲਤ ਤੇ ਵੀ ਗੋਲੀਆਂ ਲੱਗ ਰਹੀਆਂ ਸਨ। ਸੰਤ ਹਰਚੰਦ ਸਿੰਘ ਜੀ ਦਾ ਜੋ ਕਮਰਾ ਹੈ ਉਸ ਤੇ ਵੀ ਕਾਫੀ ਗੋਲੀਆਂ ਵੱਜੀਆਂ ਸਨ।
ਮੈਂ ਉਹਨਾਂ ਨੂੰ ਕਿਹਾ ਕਿ ਭਾਣਾ ਵਰਤ ਗਿਆ ਹੈ, ਪਤਾ ਨਹੀਂ ਇਸ ਦਾ ਅੰਤ ਕੀ ਹੋਏਗਾ। ਦਿਨ ਵੇਲੇ ਫਾਇਰਿੰਗ ਹੋਰ ਵੀ ਤੇਜ਼ ਹੋ ਗਈ। 5 ਜੂਨ ਨੂੰ ਸਵੇਰੇ ਲੌਂਗੋਵਾਲ ਜੀ ਮੇਰੇ ਪਾਸ ਮੇਰੇ ਵਾਲੇ ਕਮਰੇ ਵਿੱਚ ਆ ਗਏ। ਗੋਲੀ ਤਾਂ ਉਧਰ ਵੀ ਆ ਰਹੀ ਸੀ, ਪਰ ਦੋਵੇਂ ਪਾਸੇ ਕਵਰ ਸੀ, ਹੋਰ ਕਮਰੇ ਸਨ ਅਤੇ ਸਮੁੰਦਰੀ ਹਾਲ ਦੀ ਉਚਾਈ ਕਾਰਨ ਇਧਰੋਂ ਵੀ ਕੁਝ ਬਚਾਓ ਸੀ। ਜੇ ਫੌਜੀ ਅਧਿਕਾਰੀ ਲਾਊਡ ਸਪੀਕਰ ਤੇ ਕੋਈ ਨੋਟਿਸ ਦਿੰਦੇ ਤਾਂ ਅਸੀਂ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਆਏ ਸਿੰਘਾਂ ਨੂੰ ਤਾਂ ਬਚਾ ਲੈਂਦੇ, ਘੱਟੋ ਘੱਟ ਬੀਬੀਆਂ ਅਤੇ ਬੱਚਿਆਂ ਨੂੰ ਬਾਹਰ ਕੱਢ ਲੈਂਦੇ। ਫੌਜ ਨੇ ਕਿਸੇ ਨੂੰ ਬਾਹਰ ਜਾਣ ਦਾ ਮੌਕਾ ਨਹੀਂ ਦਿੱਤਾ। ਫੌਜ ਨੇ 5 ਜੂਨ ਨੂੰ 10 ਵਜੇ ਟੈਂਕ ਲੈ ਆਂਦੇ। ਇੱਕ ਟੈਂਕ ਸਮੁੰਦਰੀ ਹਾਲ ਦੇ ਪਿਛਲੇ ਪਾਸੇ ਗਲੀ ਬਾਗ ਵਾਲੀ ਵਿੱਚ ਵੀ ਲਿਆਂਦਾ, ਜਿਸ ਤੋਂ ਤੋਪ ਨਾਲ ਫਾਇਰਿੰਗ ਸ਼ੁਰੂ ਕੀਤੀ ਗਈ। 11 ਕੁ ਵਜੇ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਵੀ ਟੈਂਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਸਵਾਲ: ਸ੍ਰੀ ਦਰਬਾਰ ਸਾਹਿਬ ਵਿੱਚ ਟੈਂਕ ਦਾਖਲ ਹੋਣ ਬਾਰੇ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਾ ਸੀ? ਸਾਨੂੰ ਇਹ ਬਿਲਕੁਲ ਪਤਾ ਨਹੀਂ। ਸਾਨੂੰ ਇਹ ਵੀ ਪਤਾ ਨਾ ਲੱਗਾ ਕਿ ਉਹਨਾਂ ਸਾਡੇ ਵਾਲਾ ਹਿੱਸਾ ਅਕਾਲ ਰੈਸਟ ਹਾਊਸ, ਸ੍ਰੀ ਗੁਰੂ ਰਾਮਦਾਸ ਨਿਵਾਸ, ਸਮੁੰਦਰੀ ਹਾਲ ਤੇ ਗੁਰੂ ਨਾਨਕ ਨਿਵਾਸ ਕੈਪਚਰ ਕਰ ਲਿਆ ਹੈ। ਸਾਨੂੰ ਇਹ ਵੀ ਪਤਾ ਨਹੀਂ ਸੀ ਕਿ ਫੌਜ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਗ੍ਰਿਫਤਾਰ ਕਰ ਲਏ ਹਨ। ਸਵਾਲ: ਮੈਂ ਸੋਚਦਾ ਸੀ ਕਿ ਫੈਡਰੇਸ਼ਨ ਦੇ ਆਗੂ ਤੁਹਾਡੇ ਪਿੱਛੋਂ ਗ੍ਰਿਫਤਾਰ ਕੀਤੇ ਹਨ। ਨਹੀਂ, ਉਹ ਪਹਿਲਾਂ ਕੈਪਚਰ ਕਰ ਲਏ ਗਏ ਸਨ। ਸਾਨੂੰ ਸਰਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ ਅਕਾਲੀ ਵਰਕਰਾਂ ਤੇ ਹੋਰਨਾਂ ਸਿੰਘਾਂ ਨੂੰ ਮਾਰਨ ਬਾਰੇ ਵੀ ਪਤਾ ਨਹੀਂ ਲੱਗਾ। ਉਹਨਾਂ ਸਾਨੂੰ ਤੜਕੇ 4 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ। ਮੇਰੇ ਰਿਹਾਇਸ਼ੀ ਕਮਰੇ ਵੱਲ ਬਾਹਰ ਗੇਟ ਨੂੰ ਕੁੰਡਾ ਨਹੀਂ ਸੀ। ਸੰਤ ਹਰਚੰਦ ਸਿੰਘ ਜੀ ਤੋਂ ਬਿਨਾਂ ਮੇਰੇ ਕਮਰੇ ਵਿੱਚ ਬੀਬੀ ਅਮਰਜੀਤ ਕੌਰ, ਸਰਦਾਰ ਨਛੱਤਰ ਸਿੰਘ ਭਲਵਾਨ, ਸਰਦਾਰ ਦਰਸ਼ਨ ਸਿੰਘ ਈਸਾਪੁਰ, ਸਰਦਾਰ ਜਗੀਰ ਸਿੰਘ ਪੂਲਾ ਵੀ ਸਨ। ਇੱਕ ਮੇਜਰ ਤੇ ਹਥਿਆਰਾਂ ਨਾਲ ਲੈਸ 10-12 ਫੌਜੀ ਆਏ। ਮੇਜਰ ਪਾਸ ਇੱਕ ਵੱਡੀ ਟਾਰਚ ਸੀ। ਉਹਨਾਂ ਪਹਿਲਾਂ ਗੋਲੀਆਂ ਵੀ ਚਲਾਈਆਂ। 2-3 ਗੋਲੀਆਂ ਕੰਧ ਤੇ ਲੱਗੀਆਂ। ਸਾਨੂੰ ਪਕੜ ਕੇ ਕਹਿਣ ਲੱਗੇ, ਸੰਤ ਹਰਚੰਦ ਸਿੰਘ ਲੌਂਗੋਵਾਲ ਕਹਾਂ ਹੈ? ਇਸ ਤੇ ਦਰਸ਼ਨ ਸਿੰਘ ਈਸਾਪੁਰ ਨੇ ਕਿਹਾ, ਇਹ ਜੋ ਤੁਸੀਂ ਪਕੜੇ ਹਨ ਇਹੋ ਹਨ। ਸਾਨੂੰ ਸਭਨਾਂ ਨੂੰ ਐਗਜ਼ੈਕਟਿਵ ਦੇ ਪੁਰਾਣੇ ਕਮਰਿਆਂ ਵਿੱਚ ਸਰਦਾਰ ਤਾਰਾ ਸਿੰਘ, ਜੋ ਬਾਅਦ ਵਿੱਚ MLA ਬਣੇ, ਵਾਲੇ ਕਮਰੇ ਵਿੱਚ ਲੈ ਆਏ। ਸਵਾਲ: ਸਰਦਾਰ ਭਾਨ ਸਿੰਘ ਹੋਰੀ ਕਿੱਥੇ ਸਨ? ਸਰਦਾਰ ਭਾਨ ਸਿੰਘ, ਅਬਨਾਸ਼ੀ ਸਿੰਘ, ਮਨਜੀਤ ਸਿੰਘ ਤਰਨਤਾਰਨੀ, ਰਾਮੂ ਵਾਲੀਆ ਹੋਰੀ ਸਾਰੇ ਸਮੁੰਦਰੀ ਹਾਲ ਵਿੱਚ ਸਨ। ਸਾਨੂੰ ਕਮਰੇ ਵਿੱਚ ਬੰਦ ਕਰਕੇ ਲਾਈਟ ਮਸ਼ੀਨ ਗਨ ਸਾਡੇ ਵੱਲ ਕਰਕੇ 10-12 ਫੌਜੀਆਂ ਦਾ ਪਹਿਰਾ ਲਗਾ ਦਿੱਤਾ। ਇਹਨਾਂ ਵਿੱਚ ਇੱਕ ਕੈਪਟਨ ਵੀ ਸੀ। ਸਾਡੀ ਬਾਰੀ ਖੁੱਲੀ ਸੀ। ਇੱਕ ਫੌਜੀ ਨੇ ਸਿਗਰਟ ਲਗਾਈ। ਮੈਂ ਬਾਰੀ ਵਿੱਚੋਂ ਉਸ ਨੂੰ ਕਿਹਾ, ਸਿਗਰਟ ਪੀਣੀ ਬੰਦ ਕਰ। ਉਹ ਕਹਿਣ ਲੱਗਾ, ਕਿਆ ਬਾਤ ਹੈ? ਮੈਂ ਕਿਹਾ ਕਿ ਇਹ ਪਵਿੱਤਰ ਥਾਂ ਹੈ, ਸਿਗਰਟ ਪੀਣਾ ਮਨਾ ਹੈ। ਜੇ ਪਵਿੱਤਰ ਕਹਾਂ ਰਹਿ ਗਈ ਜਹਾਂ ਅਨੇਕ ਇਨਸਾਨੋं का खून बहा है। ਮੈਂ ਉਸ ਨੂੰ ਕਿਹਾ ਕਿ ਇੱਥੇ ਖੂਨ ਤਾਂ ਵਹਿਆ ਹੈ, ਪਰ ਕਿਸੇ ਨੇ ਤੰਬਾਕੂ ਨੋਸ਼ੀ ਨਹੀਂ ਕੀਤੀ। ਜਿਸ ਨੇ ਤੰਬਾਕੂ ਨੋਸ਼ੀ ਕੀਤੀ ਉਸ ਮੱਸਾ ਰੰਗੜ ਦਾ ਸਿਰ ਕਲਮ ਕਰ ਦਿੱਤਾ ਗਿਆ। ਮੈਂ ਉਸ ਨੂੰ ਹਿੰਦੀ ਵਿੱਚ ਕਿਹਾ, मैं तेरा सिर तो कलम नहीं कर सकता, गोली खा सकता हूँ, पर अपने जीते जी सिगरेट नहीं पीने दूंगा। ਈਸਾਪੁਰ ਕਹਿਣ ਲੱਗਾ, ਇਸ ਨਾਲ ਮੈਂ ਗੱਲ ਕਰਦਾ ਹਾਂ, ਪਰ ਇਤਨੇ ਨੂੰ ਇੱਕ ਕੈਪਟਨ ਆ ਗਿਆ ਤੇ ਉਸ ਨੇ ਉਸ ਨੂੰ ਸਿਗਰਟ ਪੀਣ ਤੋਂ ਮਨਾ ਕਰ ਦਿੱਤਾ। ਪਿੱਛੋਂ ਸਰਾਂ ਵਾਲੇ ਪਾਸੇ ਗੋਲੀ ਚਲਾ ਕੇ ਸੰਗਰੂਰ ਜ਼ਿਲ੍ਹੇ ਦੇ ਅਕਾਲੀ ਵਰਕਰ ਅਤੇ ਹੋਰ ਸਿੰਘਾਂ ਤੇ ਜੋ ਗੋਲੀ ਚਲਾਈ ਗਈ, ਉਸ ਦਾ ਸਾਨੂੰ ਪਤਾ ਨਹੀਂ ਲੱਗਾ। ਜਥੇ ਦੇ 55 ਤੋਂ ਵੱਧ ਸਿੰਘਾਂ ਤੋਂ ਬਿਨਾਂ ਯਾਤਰੀ ਅਤੇ 150-200 ਦੇ ਕਰੀਬ ਬੰਗਲਾਦੇਸ਼ੀ ਜੋ ਸਰਾਂ ਵਿੱਚ ਠਹਿਰੇ ਸਨ, ਫੌਜ ਨੇ ਅੰਧਾਧੁੰਦ ਗੋਲੀ ਚਲਾ ਕੇ ਮਾਰ ਦਿੱਤੇ। ਅਸੀਂ ਸਾਰਾ ਦਿਨ ਸਾਰੀ ਰਾਤ ਪਾਣੀ ਤੋਂ ਬਿਨਾਂ ਰਹੇ। ਪਿਆਸ ਕਾਰਨ ਬੀਬੀ ਅਮਰਜੀਤ ਕੌਰ ਤਾਂ ਬਹੁਤ ਤੰਗ ਹੋਏ। ਸਵੇਰੇ ਦਿਨ ਵੇਲੇ 2 ਕਰਨਲ ਆਏ, ਇੱਕ ਹਿੰਦੂ ਇੱਕ ਸਿੱਖ। ਮੈਂ ਸਿੱਖ ਕਰਨਲ ਨੂੰ ਕਿਹਾ, ਪਿਆਸੇ ਮਾਰਨ ਦੀ ਥਾਂ ਗੋਲੀ ਮਾਰ ਦਿਓ, ਤਾਂ ਉਸਨੇ ਕੁਝ ਸਮੇਂ ਪਿੱਛੋਂ ਪਾਣੀ ਦਾ ਪ੍ਰਬੰਧ ਕੀਤਾ। ਸਵਾਲ: ਕੀ ਇਹ ਠੀਕ ਹੈ? ਫੈਡਰੇਸ਼ਨ ਦੇ ਆਗੂਆਂ ਨੇ ਤੁਹਾਨੂੰ ਕਿਹਾ ਕਿ ਫੌਜ ਨੂੰ ਕਹਿ ਦਿਓ ਇਹ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਹਨ, ਇਹਨਾਂ ਨੂੰ ਨਾ ਮਾਰੋ।
ਜਦੋਂ ਪਾਣੀ ਵਰਤਣਾ ਸ਼ੁਰੂ ਹੋਇਆ ਤਾਂ ਭਾਈ ਮਨਜੀਤ ਸਿੰਘ, ਹਰਮਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ, ਵਿਰਸਾ ਸਿੰਘ ਵਲਟੋਹਾ ਕੁਝ ਮੁੰਡੇ ਮੇਰੇ ਪਾਸ ਆਏ ਤੇ ਮੈਨੂੰ ਕਿਹਾ ਕਿ ਕੋਈ ਗੱਲ ਕਹੋ, ਸਾਨੂੰ ਇਹ ਮਾਰ ਨਾ ਦੇਣ। ਮੈਂ ਉਸੇ ਕਰਨਲ ਨੂੰ ਕਿਹਾ ਕਿ ਤੁਸੀਂ ਪਹਿਲਾਂ ਪਕੜ ਕੇ ਅਨੇਕਾਂ ਹੀ ਸਿੰਘ ਮਾਰ ਦਿੱਤੇ ਹਨ, ਇਹ ਫੌਜੀ ਰਵਾਇਤ ਦੇ ਉਲਟ ਹੈ। ਪੁਲਿਸ ਤਾਂ ਫੜ ਕੇ ਲੋਕਾਂ ਨੂੰ ਮਾਰਦੀ ਹੈ ਪਰ ਫੌਜ ਨਹੀਂ। ਮੈਂ ਮਨਜੀਤ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਿ ਇਹ ਸਾਡਾ ਅਸਿਸਟੈਂਟ ਮੈਨੇਜਰ ਹੈ ਸ੍ਰੀ ਦਰਬਾਰ ਸਾਹਿਬ ਦਾ, ਬਾਕੀ ਵੀ ਸਾਡੇ ਮੁਲਾਜ਼ਮ ਹਨ ਜੋ ਰਾਤ ਦੀ ਡਿਊਟੀ ਕਾਰਨ ਇੱਥੇ ਰਹਿ ਗਏ। ਜਿਤਨੇ ਸਿੰਘ ਹੁਣ ਫੜੇ ਹਨ ਕਿਸੇ ਨੂੰ ਨਾ ਮਾਰਿਓ ਜਾਂ ਸਾਨੂੰ ਸਭਨਾਂ ਨੂੰ ਮਾਰ ਦਿਓ। ਕਰਨਲ ਕਹਿਣ ਲੱਗਾ, ਪਹਿਲਾਂ ਜੋ ਹੋ ਗਈ ਬੇਬਸੀ ਸੀ, ਹੁਣ ਐਸਾ ਨਹੀਂ ਹੋਵੇਗਾ। ਸਵਾਲ, ਆਪ ਸਭ ਨੂੰ ਮਿਲਟਰੀ ਕੈਂਪ ਵਿੱਚ ਕਦੋਂ ਲੈ ਕੇ ਗਏ? 6 ਜੂਨ ਸ਼ਾਮੀ 5:30 ਵਜੇ ਦੇ ਕਰੀਬ। ਉੱਥੋਂ ਵੀ ਸਾਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ। 7 ਤਰੀਕ ਸ਼ਾਮ ਨੂੰ ਸਾਨੂੰ ਉਸੇ ਕਰਨਲ ਨੇ ਕਿਹਾ ਕਿ ਤਿਆਰ ਹੋ ਜਾਓ, ਕਿਤੇ ਬਾਹਰ ਭੇਜਣਾ ਹੈ, ਪਰ ਲੈ ਗਏ। 8 ਜੂਨ ਸਵੇਰੇ 4 ਵਜੇ ਸਾਨੂੰ ਉਠਾਇਆ ਕਿ ਤਿਆਰ ਹੋ ਜਾਓ। 5 ਵਜੇ ਦੇ ਕਰੀਬ ਫਿਰ ਡੀਐਸਪੀ ਨੇ ਸਾਨੂੰ ਐਨਐਸਏ ਦੇ ਵਾਰੰਟ ਦਿੱਤੇ ਤੇ ਕਿਹਾ ਤੁਹਾਨੂੰ ਕਿਤੇ ਬਾਹਰ ਭੇਜਣਾ ਹੈ। 6 ਵਜੇ ਦੇ ਕਰੀਬ ਉਹ 2 ਕਰਨਲ ਸਾਨੂੰ ਹਵਾਈ ਅੱਡੇ ਤੇ ਲੈ ਕੇ ਆਏ। ਜਹਾਜ਼ ਖੜਾ ਸੀ ਜੋ ਉਥੋਂ ਸਿੱਧਾ ਜੋਧਪੁਰ ਪੁੱਜਾ। ਮੈਨੂੰ ਕਹਿਣ ਲੱਗੇ ਉਤਰੋ। ਮੈਂ ਡੀਐਸਪੀ ਨੂੰ ਪੁੱਛਿਆ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨੂੰ ਕਿੱਥੇ ਲੈ ਚੱਲੇ ਹੋ? ਉਸਨੇ ਦੱਸਿਆ ਕਿ ਉਹਨਾਂ ਨੂੰ ਉਦੈਪੁਰ ਜੇਲ੍ਹ ਵਿੱਚ ਰੱਖਣਾ ਹੈ। ਜੋਧਪੁਰ ਦਾ ਡੀਸੀ ਅਤੇ ਐਸਐਸਪੀ ਹਵਾਈ ਅੱਡੇ ਆਏ ਹੋਏ ਸਨ। ਮੈਨੂੰ ਉਹਨਾਂ ਦੇ ਹਵਾਲੇ ਕਰਕੇ ਚਲੇ ਗਏ। ਸਵਾਲ, ਕਿ ਫੌਜੀ ਹਮਲੇ ਦੌਰਾਨ ਟੈਲੀਫੋਨ ਬਹਾਲ ਕਰਕੇ ਫੌਜੀ ਜਾਂ ਸਿਵਲ ਅਧਿਕਾਰੀਆਂ ਨੇ ਸੰਤ ਜੀ ਜਾਂ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ? ਨਹੀਂ, ਟੈਲੀਫੋਨ ਤਾਂ 2 ਜੂਨ ਸ਼ਾਮ ਨੂੰ ਹੀ ਕੱਟ ਦਿੱਤੇ ਗਏ ਸਨ। ਸਵਾਲ, ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਬਾਰੇ ਕੁਝ ਪਤਾ ਲੱਗਾ ਹੋਵੇਗਾ? ਸਾਨੂੰ ਕੰਪਲੈਕਸ ਦੇ ਪਰਲੇ ਪਾਸੇ ਦਰਬਾਰ ਸਾਹਿਬ ਵੱਲ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਸੀ। ਬਾਬਾ ਜੋਗਿੰਦਰ ਸਿੰਘ ਜੀ ਕਹਿੰਦੇ ਹਨ ਉਹ ਸ਼ਹੀਦ ਨਹੀਂ ਹੋਏ, ਬਤੌਰ ਪਿਤਾ ਉਹਨਾਂ ਨੂੰ ਵੱਧ ਪਤਾ ਹੋਵੇਗਾ। ਸਵਾਲ, ਪ੍ਰਧਾਨ ਮੰਤਰੀ ਜਾਂ ਕਿਸੇ ਕੇਂਦਰੀ ਲੀਡਰ ਨੂੰ ਕਦੀ ਮਿਲੇ ਹੋ? ਪਿਛਲੇ 4 ਸਾਲਾਂ ਵਿੱਚ ਮੈਂ ਕਦੀ ਵੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਜਾਂ ਕਿਸੇ ਕੇਂਦਰੀ ਅਧਿਕਾਰੀ ਨੂੰ ਇਕੱਲਾ ਨਹੀਂ ਮਿਲਿਆ। ਸਵਾਲ, ਤੁਹਾਡੇ ਕਈ ਵਿਰੋਧੀ ਇਹ ਵੀ ਦੋਸ਼ ਲਗਾਉਂਦੇ ਹਨ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹੋ, ਇਸ ਬਾਰੇ ਕੀ ਕਹੋਗੇ? ਸਰਦਾਰ ਰਣਧੀਰ ਸਿੰਘ ਚੀਮਾ ਅਤੇ ਰਜਿੰਦਰ ਸਿੰਘ ਭਾਟੀਆ ਮੇਰੇ ਵਿਰੁੱਧ ਕਈ ਨਿਰਆਧਾਰ ਇਲਜ਼ਾਮ ਲਗਾਉਂਦੇ ਰਹੇ ਹਨ। ਸਰਦਾਰ ਭਾਟੀਆ ਨੇ ਮੇਰੇ ਤੇ ਇਲਜ਼ਾਮ ਲਗਾਇਆ ਸੀ ਕਿ ਕਈ ਕੇਂਦਰੀ ਲੀਡਰਾਂ ਨੂੰ ਇਕੱਲਾ ਮਿਲਿਆ ਹਾਂ ਅਤੇ ਕਿਹਾ ਮੈਨੂੰ ਮੁੱਖ ਮੰਤਰੀ ਬਣਾ ਦਿਓ। ਚੰਡੀਗੜ੍ਹ ਪੰਜਾਬ ਨੂੰ ਦੇ ਕੇ ਫਾਜ਼ਿਲਕਾ, ਅਬੋਹਰ ਹਰਿਆਣਾ ਨੂੰ ਦੇ ਦਿਓ। ਮੈਂ ਆਪੇ ਦੋਹਾਂ ਸੰਤਾਂ ਨੂੰ ਮਨਾ ਲਵਾਂਗਾ। ਮੇਰੇ ਤੇ ਇਹਨਾਂ ਇਲਜ਼ਾਮਾਂ ਬਾਰੇ ਖਬਰ ਮੈਂ ਜੋਧਪੁਰ ਜੇਲ੍ਹ ਵਿੱਚ ਹੀ ਇੱਕ ਅਖਬਾਰ ਵਿੱਚ ਪੜ੍ਹੀ ਸੀ। ਮੈਂ ਜੇਲ੍ਹ ਵਿੱਚ ਇਸ ਬਾਰੇ ਆਪਣਾ ਸਪਸ਼ਟੀਕਰਨ ਨਹੀਂ ਦੇ ਸਕਦਾ ਸੀ। ਕਿਸੇ ਨੂੰ ਵੀ ਮਿਲਣ ਦੀ ਆਗਿਆ ਨਹੀਂ ਸੀ। ਜੇਲ੍ਹ ਵਿੱਚੋਂ ਕਾਗਜ਼ ਵੀ ਬਾਹਰ ਨਹੀਂ ਜਾ ਸਕਦਾ ਸੀ। ਮੇਰੇ ਘਰੋਂ ਸੁਪਤਨੀ ਮੈਨੂੰ ਮਿਲਣ ਆਉਣਾ ਸੀ, ਇਸ ਬਾਰੇ ਮੈਨੂੰ ਪਤਾ ਲੱਗ ਗਿਆ ਸੀ। ਚੰਡੀਗੜ੍ਹ ਸਿੱਖ ਬੁੱਧੀਜੀਵੀਆਂ ਦੀ ਇੱਕ ਸੰਸਥਾ ਕਾਉਂਸਲ ਆਫ ਸਿੱਖ ਅਫੇਅਰਸ ਹੈ, ਜਿਸ ਵਿੱਚ ਵਿਦਵਾਨ, ਅਧਿਆਪਕ, ਡਾਕਟਰ, ਇੰਜੀਨੀਅਰ, ਵਕੀਲ, ਰਿਟਾਇਰਡ ਜੱਜ, ਜਰਨੈਲ ਤੇ ਗਜ਼ਟਡ ਅਫਸਰ ਸ਼ਾਮਲ ਹਨ। ਸਰਦਾਰ ਅਜਮੇਰ ਸਿੰਘ ਐਡਵੋਕੇਟ ਇਸ ਦੇ ਸਕੱਤਰ ਹਨ। ਉਹਨਾਂ ਦੇ ਨਾਮ ਮੈਂ ਇੱਕ ਅਰਜੀ ਲਿਖ ਕੇ ਜੋ ਕਿਸੇ ਤਰੀਕੇ ਨਾਲ ਆਪਣੇ ਪਜਾਮੇ ਦੇ ਨਿਫੇ ਵਿੱਚ ਪਾ ਕੇ ਆਪਣੀ ਸੁਪਤਨੀ ਰਾਹੀਂ ਸਰਦਾਰ ਅਜਮੇਰ ਸਿੰਘ ਨੂੰ ਭੇਜੀ। ਇਸ ਵਿੱਚ ਮੈਂ ਲਿਖਿਆ ਸੀ ਕਿ ਜੋ ਦੋਸ਼ ਸਰਦਾਰ ਰਜਿੰਦਰ ਸਿੰਘ ਭਾਟੀਆ ਨੇ ਮੇਰੇ ਤੇ ਲਗਾਏ ਹਨ, ਇਸ ਦੀ ਇਨਕੁਆਇਰੀ ਕਰਾਈ ਜਾਵੇ। ਮੈਂ ਉਹਨਾਂ ਨੂੰ ਦੱਸਿਆ ਕਿ 10 ਸਿੱਖ ਰਿਟਾਇਰਡ ਜੱਜ ਹਨ, ਇਹਨਾਂ ਵਿੱਚੋਂ ਕਿਸੇ 2 ਦਾ ਇੱਕ ਇਨਕੁਆਇਰੀ ਕਮਿਸ਼ਨ ਬਣਾ ਦਿਓ। ਇਹ ਇਨਕੁਆਇਰੀ 3 ਦਿਨਾਂ ਵਿੱਚ ਮੁਕੰਮਲ ਹੋ ਸਕਦੀ ਹੈ। ਇੱਕ ਦਿਨ ਦਿੱਲੀ ਆ ਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਦੋਂ ਜਿੰਦਾ ਸਨ, ਸ੍ਰੀ ਰਾਜੀਵ ਗਾਂਧੀ, ਕੇਂਦਰੀ ਗ੍ਰਹਿ ਮੰਤਰੀ ਚਤੁਰਵੇਦੀ, ਸ੍ਰੀ ਅਲੈਗਜ਼ੈਂਡਰ
ਅਤੇ ਕ੍ਰਿਸ਼ਨਾ ਰਾਓ ਆਦਿ ਨੂੰ ਮਿਲ ਕੇ ਪਤਾ ਕਰ ਸਕਦੇ ਹਨ ਕਿ ਮੈਂ ਉਹਨਾਂ ਵਿੱਚੋਂ ਕਿਸ ਨੂੰ ਪਿਛਲੇ 4 ਸਾਲਾਂ ਵਿੱਚ ਕਦੀ ਵੀ ਇਕੱਲਾ ਮਿਲਿਆ ਹਾਂ। ਭਿੰਡਰਾਂ ਵਾਲੇ ਤਾਂ ਮਿਲ ਨਹੀਂ ਸਕਦੇ, ਸੰਤ ਲੌਂਗੋਵਾਲ ਤੋਂ ਮਿਲ ਕੇ ਪਤਾ ਕੀਤਾ ਜਾ ਸਕਦਾ ਹੈ ਕਿ ਮੈਂ ਉਹਨਾਂ ਪਾਸ ਕਦੀ ਕੋਈ ਐਸੀ ਤਜਵੀਜ਼ ਮੁੱਖ ਮੰਤਰੀ ਬਣਨ ਬਾਰੇ ਰੱਖੀ ਕਿ ਚੰਡੀਗੜ੍ਹ ਨੂੰ ਫਾਜ਼ਿਲਕਾ ਅਬੋਹਰ ਤੋਂ ਡੀ-ਲਿੰਕ ਨਾ ਕਰੋ। ਚੰਡੀਗੜ੍ਹ ਵਿਖੇ ਸ੍ਰੀ ਪਾਂਡੇ ਤੋਂ ਪੁੱਛੋ ਕਿ ਮੈਂ 26 ਮਈ ਦੀ ਗੁਪਤ ਮੀਟਿੰਗ ਪਿੱਛੋਂ ਉਹਨਾਂ ਨੂੰ ਮਿਲਿਆ ਹਾਂ। ਸਰਦਾਰ ਅਜਮੇਰ ਸਿੰਘ ਜੀ ਨੂੰ ਮੈਂ ਲਿਖਿਆ ਸੀ ਕਿ ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਕਮਿਸ਼ਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੋ ਵੀ ਸਜ਼ਾ ਤਜਵੀਜ਼ ਕਰਨਗੇ ਮੈਂ ਸਵੀਕਾਰ ਕਰਾਂਗਾ। ਉਸੇ ਪੱਤਰ ਵਿੱਚ ਇੱਕ ਸਜ਼ਾ ਮੈਂ ਖੁਦ ਆਪਣੇ ਆਪ ਤਜਵੀਜ਼ ਕੀਤੀ ਸੀ ਕਿ ਜੇਕਰ ਸਰਦਾਰ ਭਾਟੀਆ ਨੇ ਜੋ ਗੱਲਾਂ ਕਹੀਆਂ ਹਨ ਸੱਚੀਆਂ ਸਾਬਤ ਹੋਈਆਂ ਤਾਂ ਮੈਂ ਆਪਣਾ ਮੂੰਹ ਆਪ ਕਾਲਾ ਕਰਕੇ ਇੱਕ ਖੋਤੇ ਤੇ ਬੈਠ ਕੇ ਪਿੰਡ-ਪਿੰਡ ਜਾ ਕੇ ਸੰਗਤਾਂ ਤੋਂ ਮੁਆਫੀ ਮੰਗਾਂਗਾ। ਜੇਲ੍ਹ ਤੋਂ ਰਿਹਾ ਹੋ ਕੇ ਮੈਂ ਸਰਦਾਰ ਅਜਮੇਰ ਸਿੰਘ ਨੂੰ ਪੁੱਛਿਆ ਸੀ ਕਿ ਤੁਸੀਂ ਇਨਕੁਆਇਰੀ ਕਿਉਂ ਨਹੀਂ ਕਰਾਈ। ਉਹ ਕਹਿਣ ਲੱਗੇ ਕਿ ਕੋਈ ਤਿਆਰ ਹੀ ਨਹੀਂ ਹੋਇਆ। ਮੈਂ ਅੱਜ ਵੀ ਇਸ ਇਨਕੁਆਇਰੀ ਲਈ ਤਿਆਰ ਹਾਂ। ਸਵਾਲ, ਇਹ ਜੋ ਸੀਕ੍ਰੇਟ ਮੀਟਿੰਗਾਂ ਹੋਈਆਂ ਹਨ ਇਹਨਾਂ ਵਿੱਚ ਸਰਕਾਰੀ ਪੱਖ ਕੀ ਸੀ? ਉਹ ਅਸਲ ਵਿੱਚ ਬਹੁ ਗਿਣਤੀ ਨੂੰ ਖੁਸ਼ ਰੱਖਣਾ ਚਾਹੁੰਦੇ ਸਨ, ਇਸ ਲਈ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ ਸਨ। ਇੱਕ ਮੀਟਿੰਗ ਵਿੱਚ ਮੈਂ ਕਿਹਾ ਸੀ ਕਿ ਤੁਸੀਂ ਸਰਕਾਰ ਸਾਰਾ ਮਸਲਾ ਲਮਕਾ ਕੇ ਆਪਣੇ ਨਿੱਜੀ ਸਵਾਰਥਾਂ ਲਈ ਵਰਤ ਰਹੇ ਹੋ ਅਤੇ ਇਸ 'ਚ ਕਾਮਯਾਬ ਵੀ ਹੋ ਗਏ ਹੋ। ਤੁਸੀਂ ਬਹੁ ਗਿਣਤੀ ਦੇ ਫਿਰਕੇ ਨੂੰ ਖੁਸ਼ ਕਰਕੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਜਿੱਤ ਲਈਆਂ ਹਨ। ਜੰਮੂ ਕਸ਼ਮੀਰ ਵਿੱਚ ਜੰਮੂ ਰੀਜਨ ਵਿੱਚ ਵੀ ਜਿੱਤ ਗਏ ਹੋ ਅਤੇ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਲੁੱਟ ਲਿਆ ਹੈ। ਪੰਜਾਬ ਦਾ ਮਸਲਾ ਲਮਕਾ ਕੇ ਤੁਸੀਂ ਆਗਾਮੀ ਲੋਕ ਸਭਾ ਦੀਆਂ ਚੋਣਾਂ ਵੀ ਜਿੱਤਣਾ ਚਾਹੁੰਦੇ ਹੋ ਅਤੇ ਸਾਡਾ ਸਿੱਖਾਂ ਦਾ ਹਊਆ ਖੜਾ ਕਰਕੇ ਹਿੰਦੂ ਵੋਟਰਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹੋ। ਤੁਹਾਡੇ ਪਾਸ ਹੋਰ ਕੋਈ ਸਲੋਗਨ ਨਾਰਾ ਨਹੀਂ ਹੈ, ਇਸ ਵਿੱਚ ਸਫਲ ਹੋ ਗਏ ਹੋ। ਇਸ ਤੇ ਸਰਕਾਰੀ ਪਾਰਟੀ ਵੱਲੋਂ ਕਿਹਾ ਗਿਆ ਕਿ ਸਾਡੇ ਸਾਹਮਣੇ ਅਜਿਹਾ ਕੋਈ ਨਿਸ਼ਾਨਾ ਨਹੀਂ ਹੈ, ਅਸੀਂ ਹਿੰਦੂਆਂ ਨੂੰ ਖੁਸ਼ ਨਹੀਂ ਕਰਨਾ ਚਾਹੁੰਦੇ। ਹਿੰਦੂ ਤਾਂ ਖੁਸ਼ ਹੋਏਗਾ ਜੇਕਰ ਅਸੀਂ ਦਰਬਾਰ ਸਾਹਿਬ ਵਿੱਚ ਫੌਜ ਭੇਜੀਏ। ਇਸ ਮੀਟਿੰਗ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਰਵੀ ਇੰਦਰ ਸਿੰਘ ਵੀ ਸ਼ਾਮਲ ਹਨ। ਮੈਂ ਕਿਹਾ ਸੀ ਕਿ ਜੇ ਤੁਹਾਡੇ ਮਨ ਵਿੱਚ ਇਹ ਗੱਲ ਆ ਗਈ ਹੈ ਕਿ ਹਿੰਦੂ ਇਸ ਤਰ੍ਹਾਂ ਖੁਸ਼ ਹੋਵੇਗਾ ਤਾਂ ਕਿਸੇ ਦਿਨ ਤੁਸੀਂ ਦਰਬਾਰ ਸਾਹਿਬ ਵਿੱਚ ਜ਼ਰੂਰ ਫੌਜ ਭੇਜੋਗੇ। ਇਸ ਤੇ ਸਰਕਾਰੀ ਪੱਖ ਨੇ ਕਿਹਾ ਸੀ ਕਿ ਇਹ ਤਾਂ ਹੋ ਸਕਦਾ ਹੈ ਕਿ ਦੁਨੀਆ ਨਾ ਰਹੇ, ਸੂਰਜ ਚੜ੍ਹਨਾ ਬੰਦ ਕਰ ਦੇਵੇ, ਚੰਦਰਮਾ ਚੜ੍ਹਨਾ ਬੰਦ ਹੋ ਜਾਏ, ਧਰਤੀ ਆਪਣੀ ਹਰਕਤ ਬੰਦ ਕਰ ਦੇਵੇ, ਪਰ ਅਸੀਂ ਸ੍ਰੀ ਦਰਬਾਰ ਸਾਹਿਬ ਵਿੱਚ ਪੁਲਿਸ ਜਾਂ ਫੌਜ ਨਹੀਂ ਭੇਜਾਂਗੇ। ਸਵਾਲ, ਇਹ ਕਿਸ ਮੀਟਿੰਗ ਵਿੱਚ ਗੱਲ ਹੋਈ ਸੀ? ਇਹ ਬਹੁਤ ਪਹਿਲਾਂ ਦੀ ਗੱਲ ਹੈ। ਸਵਾਲ, ਤੁਹਾਡੇ ਵੱਲੋਂ ਤਰਤੀਬ ਦੇ ਬਾਵਜੂਦ ਤੁਹਾਡੇ ਵਿਰੋਧੀ ਇਹ ਪ੍ਰਾਪੇਗੰਡਾ ਵਾਰ-ਵਾਰ ਕਿਉਂ ਕਰ ਰਹੇ ਹਨ ਕਿ ਤੁਸੀਂ ਅਤੇ ਸੰਤ ਜੀ ਬਾਹਾਂ ਖੜੀਆਂ ਕਰਕੇ ਆਤਮ ਸਮਰਪਣ ਕੀਤਾ ਹੈ? ਇਹ ਸਰਕਾਰੀ ਪ੍ਰਾਪੇਗੰਡਾ ਹੈ। ਸਰਕਾਰ ਭਿੰਡਰਾਂ ਵਾਲਿਆਂ ਨੂੰ ਸਰੀਰਕ ਤੌਰ ਤੇ ਮਾਰਨਾ ਅਤੇ ਬਾਕੀ ਲੀਡਰਸ਼ਿਪ ਨੂੰ ਰਾਜਸੀ ਤੌਰ ਤੇ ਖਤਮ ਕਰਨਾ ਚਾਹੁੰਦੀ ਸੀ। ਜੋਧਪੁਰ ਜੋ ਸਾਡੇ ਮੁੰਡੇ ਜੇਲ੍ਹ ਵਿੱਚ ਹਨ, ਉਹਨਾਂ ਦੇ ਕੇਸ ਦਾ ਜੋ ਚਲਾਨ ਪੇਸ਼ ਕੀਤਾ ਗਿਆ ਉਸ ਵਿੱਚ ਲਿਖਿਆ ਹੈ ਕਿ ਫੌਜੀ ਕਾਰਵਾਈ ਦੌਰਾਨ 593 ਆਦਮੀ ਮਾਰੇ ਗਏ ਹਨ ਅਤੇ 1500 ਦੇ ਕਰੀਬ ਕੈਪਚਰ ਕੀਤੇ ਗਏ ਹਨ। ਵੈਸੇ ਵੀ ਫੌਜੀ ਟਰਮ ਵਿੱਚ ਆਤਮ ਸਮਰਪਣ ਉਹ ਕਰਦਾ ਹੈ ਜੋ ਲੜ ਰਿਹਾ ਹੋਵੇ। ਅਸੀਂ ਤਾਂ ਲੜ ਹੀ ਨਹੀਂ ਰਹੇ ਸੀ, ਇਸ ਕਰਕੇ ਆਤਮ ਸਮਰਪਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਸਾਰਾ ਪ੍ਰਾਪੇਗੰਡਾ ਕਰੈਕਟਰ ਅਸੈਸੀਨੇਸ਼ਨ ਚਰਿੱਤਰ ਹਰਨ ਲਈ ਹੈ। ਜੋ ਸਰਕਾਰ ਸਰਦਾਰ ਆਤਮਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਸੀ, ਸਾਡੀ ਕੋਈ ਕਮਜ਼ੋਰੀ ਹੁੰਦੀ ਤਾਂ ਦੁਨੀਆ ਦੇ ਸਾਹਮਣੇ ਲਿਆਉਂਦੀ। ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਉਹਨਾਂ ਸਰਕਾਰ ਦੀ ਪਾਲਿਸੀ ਹੈ। ਸਾਨੂੰ ਪੰਜਾਬ ਤੋਂ ਦੂਰ ਦਰੇਡੇ ਜੇਲ੍ਹਾਂ ਵਿੱਚ ਰੱਖਿਆ ਗਿਆ ਅਤੇ ਕਿਸੇ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ, ਪਰ ਸਰਕਾਰ ਨੇ ਆਤਮਾ ਸਿੰਘ ਨੂੰ ਇੱਥੇ ਹੀ ਜੇਲ੍ਹ ਵਿੱਚੋਂ ਬਿਮਾਰੀ ਦੇ ਬਹਾਨੇ ਹਸਪਤਾਲ ਲਿਆਂਦਾ, ਟੈਲੀਫੋਨ ਅਤੇ ਟਾਈਪ ਦੀ ਸਹੂਲਤ ਦਿੱਤੀ। ਹਰ ਕੋਈ ਹਰ ਸਮੇਂ ਉਸ ਨੂੰ ਮਿਲ ਸਕਦਾ ਸੀ। ਮੇਰੀ ਸਾਲਾਨਾ ਚੋਣ ਸਮੇਂ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਤਰਲੋਚਨ ਸਿੰਘ ਅਤੇ ਵਿਸ਼ੇਸ਼ ਦੂਤ ਰਵੇਲ ਸਿੰਘ ਇੱਥੇ ਬੈਠੇ ਰਹੇ। ਗਿਆਨੀ ਜੈਲ ਸਿੰਘ,
ਬੂਟਾ ਸਿੰਘ, ਦਰਬਾਰਾ ਸਿੰਘ ਦੇ ਆਪਣੇ ਵੱਖ-ਵੱਖ ਗਰੁੱਪ ਹਨ, ਪਰ ਮੈਨੂੰ ਹਰਾਉਣ ਲਈ ਉਹ ਤਿੰਨੇ ਇਕੱਠੇ ਹੋ ਗਏ ਸਨ ਅਤੇ ਹਰ ਲੱਗਦੀ ਵਾਹ ਉਹਨਾਂ ਨੇ ਲਗਾ ਲਈ। ਰੇਡੀਓ, ਟੀਵੀ ਅਤੇ ਸਰਕਾਰੀ ਮਾਧਿਅਮ ਰਾਹੀਂ ਪ੍ਰਾਪੇਗੰਡਾ ਕੀਤਾ ਗਿਆ। ਉਹ ਚਾਹੁੰਦੇ ਸਨ ਕਿ ਇਸ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਹੋ, ਫਿਰ ਮੁਕੱਦਮਾ ਚਲਾਓ। ਸਿੱਖਾਂ ਨੂੰ ਇਸ ਮੇਰੇ ਨਾਲ ਹਮਦਰਦੀ ਨਹੀਂ ਹੋਵੇਗੀ। ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਾਰੀ ਲੀਡਰਸ਼ਿਪ ਵੀ ਕੈਪਚਰ ਹੋ ਕੇ ਗ੍ਰਿਫਤਾਰ ਹੋਈ ਹੈ, ਜਾਂ ਫਿਰ ਸਾਰਿਆਂ ਬਾਹਾਂ ਖੜੀਆਂ ਕਰਕੇ ਆਤਮ ਸਮਰਪਣ ਕੀਤਾ ਹੈ। ਕਿਹੜਾ ਇਲਜ਼ਾਮ ਹੈ ਜੋ ਸਰਕਾਰ ਨੇ ਮੇਰੇ ਤੇ ਨਹੀਂ ਲਗਾਇਆ ਸੀ? ਸੰਤ ਭਿੰਡਰਾਂ ਵਾਲਿਆਂ ਤੇ ਫੈਡਰੇਸ਼ਨ ਨੂੰ ਪਨਾਹ ਦੇਣਾ, ਹਥਿਆਰ ਇਕੱਠੇ ਕਰਨ ਵਿੱਚ ਮਦਦ ਦੇਣੀ, ਸਰਕਾਰ ਵਿਰੁੱਧ ਯੁੱਧ ਛੇੜਨਾ, ਸਾਰੇ ਇਲਜ਼ਾਮ ਮੇਰੇ ਤੇ ਲਗਾਏ ਗਏ ਸਨ। ਇਹ ਹੁਣ ਜੋ ਕਈ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪ੍ਰਸ਼ੰਸਕ ਬਣੇ ਫਿਰਦੇ ਹਨ, ਪਹਿਲਾਂ ਉਹਨਾਂ ਦੀ ਮੁਖਾਲਫਤ ਕਰਦੇ ਰਹੇ ਹਨ। ਸਾਡੇ ਨਾਲੋਂ ਵੱਧ ਕੋਈ ਹਿਤਕਾਰੀ ਨਹੀਂ ਹੋ ਸਕਦਾ। ਉਹਨਾਂ ਦੀ ਸਿੱਖ ਪੰਥ ਪ੍ਰਤੀ ਜੋ ਸੇਵਾ ਹੈ, ਮੈਂ ਉਸ ਤੋਂ ਪ੍ਰਭਾਵਿਤ ਸੀ। ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਨਾਲ ਜੋੜਿਆ। ਇਸ ਕਰਕੇ ਕਮਿਊਨਿਸਟ ਵੀ ਔਖੇ, ਫਿਰਕੂ ਸੋਚਣੀ ਵਾਲੇ ਵੀ ਅਤੇ ਸਰਕਾਰ ਵੀ ਦੁਖੀ। ਡਾਇਰੀ ਦੇ ਪੰਨੇ ਹਰਬੀਰ ਸਿੰਘ ਭਵਰ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।